ਅੰਮ੍ਰਿਤ ਵੇਲੇ ਪ੍ਰਕਾਸ਼ ਸਮੇਂ ਜੋ ਪਾਵਨ ਪਵਿੱਤਰ ਸ੍ਰੀ ਮੁਖਵਾਕ ਦੀ ਦਾਤ ਸਤਿਗੁਰੂ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ। ਆਓ ਕੁਝ ਸਮੇਂ ਲਈ ਸੁਰਤੀਆਂ ਬਿਰਤੀਆਂ ਇਕਾਗਰ ਕਰੀਏ। ਚੌਥੇ ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦੇ ਆਖੀਏ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਸ਼ਾਂਤ ਮਹੱਲਾ ਚੌਥਾ। ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਤਨਾਸਰੀ ਹੈ ਔਰ ਚੰਦ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਹਨ। ਪਹਿਲੇ ਘਰ ਸੁਰਤਾਲ ਵਿੱਚ ਇਹਨਾਂ ਪਵਿੱਤਰ ਤੇ ਪਾਵਨ ਛੰਤਾਂ ਨੂੰ ਗਾਇਨ ਕਰਨ ਦਾ ਹੁਕਮ ਹੈ ਔਰ ਚੌਥੇ ਪਾਤਸ਼ਾਹ ਸ਼ਬਦ ਦੀ ਪ੍ਰਾਰੰਭਤਾ ਤੋਂ ਪਹਿਲਾਂ ਮੰਗਲਾਚਰਨ ਕਰਦੇ ਹਨ। ਇੱਕ ਅਦੁੱਤੀ ਜਿਸ ਵਰਗਾ ਕੋਈ ਦੂਜਾ ਨਹੀਂ ਹੈ। ਓੰਕਾਰ ਜੋ ਸਾਰਿਆਂ ਵਿੱਚ ਵਿਆਪਕ ਹੈ ਔਰ ਸਰਬ ਦਾ ਪ੍ਰਕਾਸ਼ਕ ਹੈ। ਓੰਕਾਰ ਬ੍ਰਹਮਾ ਉਤਪਾਤ। ਓੰਕਾਰ ਕੀਆ ਜਨ ਚੇਤ। ਓੰਕਾਰ ਸੈਲ ਜੁਗ ਭਏ। ਓੰਕਾਰ ਵੇਦ ਨਿਰਮੈ। ਓੰਕਾਰ ਦਾ ਹੀ ਫੈਲਾਓ ਹੈ ਸਾਰਾ ਜਗਤ। ਓੰਕਾਰ ਨੇ ਆਪਣਾ ਆਪ ਪਸਾਰਿਆ ਹੈ। ਉਹੀ ਓੰਕਾਰ ਜੋ ਸਾਰਿਆਂ ਵਿੱਚ ਵਿਆਪਕ ਔਰ ਸਰਬ ਦਾ ਪ੍ਰਕਾਸ਼ਕ ਹੈ। ਤਰਈ ਕਾਲ ਸਤ ਹੈ, ਗੁਰ ਚੇਤਨ ਹੈ, ਪ੍ਰਸਾਦ ਆਨੰਦ ਸਵਰੂਪ ਹੈ। ਜੋ ਸਦਾ ਸੱਚ ਦਾ ਆਨੰਦ ਸਵਰੂਪ ਹੈ, ਸਦਾ ਸੱਚ ਦਾ ਆਨੰਦ ਸਰਬੰਗ ਪਰਨਾਸੀ। ਜੋ ਸਦਾ ਹੀ ਸਤ ਚੇਤਨ ਤੇ ਆਨੰਦ ਸਵਰੂਪ ਹੈ। ਐਸੇ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਵਿੱਚ ਸਾਡੀ ਨਮਾਮ ਹੈ, ਨਮਸਕਾਰ ਹੈ। ਹਰਿ ਜਿਉ ਕਿਰਪਾ ਕਰੇ ਤਾ ਨਾਮ ਧਿਆਈਐ ਜਿਉ। ਨਾਮ ਏਦਾਂ ਨਹੀਂ ਜਪਿਆ ਜਾਂਦਾ ਜੇ ਆਪਣਾ ਜ਼ੋਰ ਲਾਈਏ, ਆਪਣਾ ਤਾਣ ਲਈਏ। ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਕਿਰਪਾ ਕਰਨ। ਹਰੀ ਕਿਰਪਾ ਕਰੇ ਤਾਂ ਪਰਮੇਸ਼ਰ ਦਾ ਨਾਮ ਧਿਆ ਹੁੰਦਾ ਹੈ। ਜਦੋਂ ਵੀ ਤੁਸੀਂ ਆਪਣੀ ਰਸਨਾ ਤੋਂ ਵਾਹਿਗੁਰੂ ਕਹਿੰਦੇ ਹੋ ਜਾਂ ਆਉਣ ਵਾਲੇ ਸਮੇਂ 'ਚ ਕਹੋਗੇ, ਇਹ ਜਾਣ ਲਓ ਇਹ ਹਰੀ ਦੀ ਕਿਰਪਾ ਵਰਤੀ ਹੈ ਤਾਂ ਕਹਿ ਹੋਇਆ। ਸਾਡਾ ਕੋਈ ਜ਼ੋਰ ਨਹੀਂ। ਇੱਥੇ ਹੁਣ ਸੰਗਤ ਵਿੱਚ ਬੈਠੇ ਕਥਾ ਸੁਣ ਰਹੇ ਹਾਂ ਤੇ ਇਹ ਵੀ ਜਾਣ ਲਓ ਕਿ ਸਾਡੀ ਕੋਈ ਘਾਲਣਾ ਨਹੀਂ, ਇਹ ਹਰੀ ਦੀ ਕਿਰਪਾ ਹੋਈ ਹੈ ਤਾਂ ਸਤਿਗੁਰੂ ਜੀ ਨੇ ਆਪਣੇ ਦਰਸ਼ਨ ਦਿਦਾਰੇ ਬਖਸ਼ ਕੇ ਸਾਨੂੰ ਕਿਰਤਾਰਥ ਕੀਤਾ ਹੈ। ਇਹ ਨਿਰੰਕਾਰ ਦੀ ਕਿਰਪਾ ਹੈ, ਅਕਾਲ ਪੁਰਖ ਦੀ ਕਿਰਪਾ ਹੈ। ਤੋ ਜਿਸ ਵਕਤ ਹਰਿ ਜੀ ਅਕਾਲ ਪੁਰਖ ਪਰਮੇਸ਼ਰ ਜੀ ਕਿਰਪਾ ਕਰਦੇ ਹਨ ਤਾਂ ਉਸ ਹਰੀ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਧਿਆਈਦਾ ਹੈ। ਉਹਦੀ ਕਿਰਪਾ ਤੋਂ ਬਿਨਾਂ ਉਹਦਾ ਨਾਮ ਨਹੀਂ ਜਪਿਆ ਜਾ ਸਕਦਾ। ਉਹਦੇ ਤਰਸ ਤੋਂ ਬਿਨਾਂ ਸੂਫੀ ਫਕੀਰ ਇਹ ਕਹਿੰਦੇ ਹੈ, ਜਦੋਂ ਉਹਨਾਂ ਨੂੰ ਰੱਬ ਚੇਤੇ ਆਉਂਦਾ, ਪਰਮੇਸ਼ਰ ਨੂੰ ਯਾਦ ਕਰਦੇ ਹੈ, ਉਹ ਇਹ ਨਹੀਂ ਕਹਿੰਦੇ ਅਸੀਂ ਰੱਬ ਨੂੰ ਯਾਦ ਕਰ ਰਹੇ ਹਾਂ, ਉਹਨੂੰ ਸਿਮਰਨ ਕਰਕੇ ਚੇਤੇ ਕਰ ਰਹੇ ਹਾਂ। ਉਹ ਕਹਿੰਦੇ ਅੱਜ ਖੁਦਾ ਸਾਨੂੰ ਯਾਦ ਕਰ ਰਿਹਾ ਹੈ। ਖੁਦਾ ਨੇ ਯਾਦ ਕੀਤਾ ਤਾਂ ਸਾਡੇ ਹਿਰਦੇ 'ਚ ਉਹਦੀ ਯਾਦ ਆਈ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਵੀ ਕਹਿੰਦੇ ਜਦੋਂ ਵੀ ਤੁਸੀਂ ਨਾਮ ਜਪਦੇ ਹੋ, ਜਦੋਂ ਵੀ ਤੁਸੀਂ ਗੁਰਬਾਣੀ ਪੜ੍ਹਦੇ ਹੋ, ਜਦੋਂ ਵੀ ਤੁਸੀਂ ਸਿਮਰਨ ਕਰਦੇ ਹੋ, ਜਦੋਂ ਵੀ ਤੁਸੀਂ ਕੋਈ ਪੁੰਨ ਕਰਮ ਕਰਦੇ ਹੋ, ਭਲਾ ਕਰਮ ਕਰਦੇ ਹੋ, ਤਾਂ ਇਹ ਜਾਣ ਲਓ ਹਰੀ ਦੀ ਕਿਰਪਾ ਹੋਈ ਹੈ ਤਾਂ ਹੋ ਰਿਹਾ ਹੈ। ਉਹਦੀ ਕਿਰਪਾ ਤੋਂ ਬਿਨਾਂ ਨਹੀਂ। ਆਪਣੇ ਜ਼ੋਰ ਨਾਲ ਤਾਂ ਇੱਕ ਵਾਰ ਵੀ ਰਸਨਾ ਤੋਂ ਵਾਹਿਗੁਰੂ ਨਹੀਂ ਕਹਿ ਹੁੰਦਾ। ਤੋ ਹਰ ਜੀ ਨੇ ਕਿਰਪਾ ਕੀਤੀ ਹੈ ਤਾਂ ਉਸ ਹਰੀ ਅਕਾਲ ਪੁਰਖ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਧਿਆਈਦਾ ਹੈ। ਸਤਿਗੁਰ ਮਿਲੈ ਸੋ ਪਾਏ ਸਹਿਜ ਗੁਣ ਗਾਈਐ ਜਿਉ। ਜੇ ਸਤਿਗੁਰੂ ਜੀ ਮਿਲ ਪੈਣ ਸੁਭਾਵਕ ਸੁਤੇ ਸਿੱਧ। ਸਤਿਗੁਰੂ ਜੀ ਵੀ ਸੁਤੇ ਸਿੱਧ ਪ੍ਰਾਪਤ ਹੁੰਦੇ ਹੈ, ਸੁਭਾਵਕ, ਆਪਣੇ ਹੱਥ ਨਾਲ ਨਹੀਂ।
ਅਚਿੰਤੀ ਸੁਤੇ ਸਿੱਧ। ਜਦੋਂ ਸਤਿਗੁਰੂ ਜੀ ਸੁਭਾਵਕ ਸੁਤੇ ਸਿੱਧ ਪ੍ਰਾਪਤ ਹੋ ਜਾਂਦੇ ਨੇ ਤਾਂ ਫਿਰ ਸਹਿਜ ਦੁਆਰਾ, ਗਿਆਨ ਦੁਆਰਾ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਏ ਜਾਂਦੇ। ਫਿਰ ਗਿਆਨ ਦੁਆਰਾ ਉਸ ਹਰੀ ਦੇ ਅਕਾਲ ਪੁਰਖ ਜੀ ਦੇ ਗੁਣ ਗਾਏ ਜਾਂਦੇ ਹਨ। ਗੁਣ ਗਾਏ ਬਿਗਸੈ ਸਦਾ ਅਨ ਦਿਨ, ਜਾ ਆਪ ਸਾਚੇ ਭਾਵਏ। ਜਦੋਂ ਉਸ ਵਾਹਿਗੁਰੂ ਜੀ ਦੇ ਗੁਣ ਗਾਈਏ ਤੇ ਫਿਰ ਹਿਰਦੇ 'ਚ ਵਿਗਾਸ ਤੇ ਖੇੜਾ ਪੈਦਾ ਹੁੰਦਾ ਹੈ। ਉਹਦੇ ਗੁਣ ਗਾਇਨ ਕਰਨ ਦਾ ਸਭ ਤੋਂ ਵੱਡਾ ਲਾਭ ਹੈ, ਉਹਦੇ ਗੁਣ ਗਾਇਨ ਕਰਕੇ ਮਨ ਵਿੱਚ ਵਿਗਾਸ ਤੇ ਖੇੜਾ ਪੈਦਾ ਹੁੰਦਾ। ਸਦਾ ਅਨ ਦਿਨ, ਲਗਾਤਾਰ ਰਾਤ ਦਿਨ ਉਹ ਆਪ ਉਸ ਸੱਚੇ ਨੂੰ ਭਾਉਣ ਲੱਗ ਪੈਂਦੇ ਐ, ਉਸ ਨੂੰ ਚੰਗੇ ਲੱਗਣ ਲੱਗ ਪੈਂਦੇ ਹਨ ਜਿਹੜੇ ਉਸ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਗਾਇਨ ਕਰਦੇ ਹਨ। ਅਹੰਕਾਰ ਹਉਮੈ ਤਜੈ ਮਾਇਆ, ਸਹਿਜ ਨਾਮ ਸਮਾਵਏ। ਉਹ ਆਪਣੇ ਹਿਰਦੇ ਚੋਂ ਹੰਕਾਰ ਨੂੰ ਛੱਡ ਦਿੰਦੇ ਨੇ, ਹਉਮੈ ਦੀ, ਮਮਤਾ ਦੀ ਬਿਰਤੀ ਨੂੰ ਤਿਆਗ ਦਿੰਦੇ ਨੇ ਔਰ ਸਹਿਜ ਦੁਆਰਾ ਉਸ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਵਿੱਚ ਸਮਾ ਜਾਂਦੇ ਨੇ। ਹਉਮੈ ਇੱਕ ਐਸਾ ਪਰਦਾ ਹੈ ਮਾਇਆ ਦਾ ਜੋ ਉਸ ਪਰਮੇਸ਼ਰ ਵਿੱਚ ਇੱਕਮਿਕ ਹੋਣ ਤੋਂ ਰੋਕਦਾ ਹੈ। ਜਦੋਂ ਇਹ ਪਰਦਾ ਦੂਰ ਹੋ ਜਾਏ ਤਾਂ ਫਿਰ ਸਹਿਜ ਵਿੱਚ ਸਮਾਈ ਹੋ ਜਾਂਦੀ ਹੈ। ਫਿਰ ਤੁਰਿਆ ਪਦ ਵਿੱਚ ਜਾ ਕੇ ਜੋ ਤਿੰਨਾਂ ਗੁਣਾਂ ਤੋਂ ਪਰੇ ਜਾਂ ਤਿੰਨਾਂ ਅਵਸਥਾਵਾਂ ਤੋਂ ਪਰੇ ਦੀ ਅਵਸਥਾ ਹੈ ਤੁਰਿਆ, ਉਹਦੇ ਵਿੱਚ ਜਾ ਕੇ ਸਮਾਈ ਹੋ ਜਾਂਦੀ ਹੈ। ਆਪ ਕਰਤਾ ਕਰੇ ਸੋਈ, ਆਪ ਦੇ ਤਾ ਪਾਈਐ। ਵਾਹਿਗੁਰੂ ਆਪ ਹੀ ਸਾਰੇ ਜਗਤ ਦਾ ਕਰਤਾ ਹੈ, ਸਾਰੇ ਸੰਸਾਰ ਦਾ ਕਰਤਾ ਹੈ। ਉਹ ਜੋ ਕਰਦਾ ਉਹ ਹੋ ਜਾਂਦਾ। ਆਪ ਜਿਸ ਤੇ ਤਰਸ ਕਰਕੇ ਜਿਸ ਨੂੰ ਦਾਤ ਦੇ ਕੇ ਨਿਵਾਜਦਾ ਹੈ, ਉਹੀ ਉਹਦੇ ਕੋਲੋਂ ਦਾਤਾਂ ਹਾਸਲ ਕਰਦੇ ਆ, ਉਹਦੇ ਕੋਲੋਂ ਦਾਤ ਪ੍ਰਾਪਤ ਕਰਦੇ। ਆਪ ਦੇ ਤਾਂ ਪਾਈ ਹੈ, ਉਹ ਆਪ ਦੇਵੇ ਤਾਂ ਪ੍ਰਾਪਤ ਹੁੰਦੀ ਹੈ ਉਹਦੀ ਦਾਤ। ਹਾਂਜੀ। ਹਰਿ ਜਿਉ ਕਿਰਪਾ ਕਰੇ, ਤਾ ਨਾਮ ਧਿਆਈਐ ਜੀਉ। ਹਰੀ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਜੀ ਕਿਰਪਾ ਕਰਨ ਤਾਂ ਉਹਦਾ ਅੰਮ੍ਰਿਤ ਨਾਮ ਧਿਆਇਆ ਜਾਂਦਾ। ਉਹਦੇ ਤਰਸ ਬਿਨਾ ਉਹਨੂੰ ਨਹੀਂ ਅਰਾਧਿਆ ਜਾਂਦਾ, ਉਹਦੀ ਕਿਰਪਾ ਬਿਨਾ ਉਸ ਦਾ ਚਿੰਤਨ ਨਹੀਂ ਹੁੰਦਾ। ਅੰਦਰ ਸਾਚਾ ਨੇਹੋ, ਪੂਰੇ ਸਤਿਗੁਰੈ ਜੀਉ। ਕਹਿੰਦੇ ਮੇਰੇ ਇਸ ਜੀੜੇ ਵਿੱਚ, ਮੇਰੇ ਇਸ ਹਿਰਦੇ ਵਿੱਚ ਸੱਚੇ ਪੂਰੇ ਸਤਿਗੁਰਾਂ ਦਾ ਨਿਹੋ ਲੱਗ ਗਿਆ। ਨਿਹੋ ਕਹਿੰਦੇ ਨੇ ਪ੍ਰੇਮ ਨੂੰ, ਪ੍ਰੀਤ ਨੂੰ, ਭਾਉ ਨੂੰ। ਮੇਰੇ ਅੰਦਰ ਸੱਚੇ ਦਾ ਭਾਉ ਲੱਗ ਗਿਆ, ਸੱਚੇ ਦਾ ਨਿਹ ਲੱਗ ਗਿਆ। ਐਸਾ ਦੇ ਜਿਹਦੇ ਬਾਰੇ ਭਾਈ ਵੀਰ ਸਿੰਘ ਜੀ ਲਿਖਦੇ ਆ, ਨਿਉ ਵਾਲੇ ਨੈਣਾ ਦੀ ਨੀਂਦਰ, ਓਏ ਦਿਨੇ ਰਾਤ ਪੇ ਬਹਿੰਦੇ, ਸੀਨੇ ਖਿੱਚ ਜਿਨ੍ਹਾਂ ਨੇ ਖਾਧੀ, ਉਹ ਕਰ ਆਰਾਮ ਨਹੀਂ ਬਹਿੰਦੇ। ਨਿਉ ਵਾਲੇ ਨੈਣਾ ਦੀ ਨੀਂਦਰ, ਓਏ ਦਿਨੇ ਰਾਤ ਪਏ ਬਹਿੰਦੇ। ਆਪਣੇ ਹਿਰਦੇ ਵਿੱਚ ਮੈਂ ਸੱਚੇ ਦਾ ਨਿਹੋ ਲਾ ਲਿਆ। ਮੇਰੇ ਹਿਰਦੇ ਵਿੱਚ ਮੇਰੇ ਪੂਰੇ ਸਤਿਗੁਰਾਂ ਦਾ ਸੱਚਾ ਨਿਹੋ ਲੱਗ ਗਿਆ ਹੈ। ਹਉ ਤਿਸ ਸੇਵੀ ਦਿਨ ਰਾਤ, ਮੈਂ ਕਦੇ ਨਾ ਵਿਸਰੈ ਜੀਉ। ਮੈਂ ਰਾਤ ਦੇ ਨੱਠੇ ਪੈਰ ਆਪਣੇ ਸਤਿਗੁਰਾਂ ਨੂੰ ਸੇਵਦਾ ਹਾਂ ਔਰ ਉਹ ਕਦੇ ਵੀ ਮੇਰੇ ਹਿਰਦੇ ਚੋਂ ਨਹੀਂ ਵਿਸਰਦਾ। ਕਦੇ ਵੀ ਇੱਕ ਛਿਨ ਲਈ ਵੀ, ਇੱਕ ਅੱਖ ਦੇ ਫੋਰ ਜਿੰਨੇ ਸਮੇਂ ਲਈ ਵੀ ਮੇਰਾ ਸਤਿਗੁਰੂ ਮੇਰੇ ਹਿਰਦੇ ਚੋਂ ਮੈਨੂੰ ਨਹੀਂ ਵਿਸਰਦਾ। ਇਹ ਹੈ ਗੁਰਮੁਖਾਂ ਦੀ ਅਵਸਥਾ।
ਜਿਨ੍ਹਾਂ ਗੁਰਮੁਖਾਂ ਅੰਦਰ ਗੁਰੂ ਦਾ ਪ੍ਰੇਮ ਹੈ ਨਾ, ਉਹਨਾਂ ਨੂੰ ਆਪਣਾ ਗੁਰੂ ਕਦੇ ਵਿਸਰਦਾ ਹੀ ਨਹੀਂ, ਉਹਨਾਂ ਨੂੰ ਆਪਣਾ ਗੁਰੂ ਕਦੇ ਭੁੱਲਦਾ ਹੀ ਨਹੀਂ। ਉਹ ਕਹਿੰਦੇ ਭੁੱਲੀਦਾ ਕਿਵੇਂ ਹੈ, ਸਾਨੂੰ ਤਾਂ ਇਹ ਵੀ ਨਹੀਂ ਪਤਾ। ਕਿਵੇਂ ਭੁੱਲ ਜਾਏ ਐਸਾ ਦਾਤਾ ਜਿਹੜਾ ਬੇਅੰਤ ਦਾਤਾਂ ਦੇ ਕੇ ਨਿਵਾਜਦਾ ਹੈ। ਮੇਰੇ ਪੂਰੇ ਸਤਿਗੁਰਾਂ ਦਾ ਨੇਹੋ ਮੇਰੇ ਹਿਰਦੇ ਵਿੱਚ ਹੈ, ਇਸੇ ਕਰਕੇ ਰਾਤ ਦੇ ਨੱਠੇ ਪੈਰ ਉਹ ਮੇਰੇ ਹਿਰਦੇ ਚੋਂ ਕਦੇ ਨਹੀਂ ਵਿਸਰਦਾ। ਲਗਾਤਾਰ ਨਿਰੰਤਰ ਇੱਕ ਰਸ ਮੇਰੀ ਸੁਰਤੀ ਵਿੱਚ, ਮੇਰੇ ਚੇਤੇ ਵਿੱਚ ਰਹਿੰਦਾ ਹੈ। ਕਦੇ ਨਾ ਵਿਸਾਰੀ ਅਨ ਦਿਨ ਸਮਾਰੀ, ਜਾ ਨਾਮ ਲਈ ਤਾਂ ਜੀਵਾ। ਮੈਂ ਉਸ ਨੂੰ ਕਦੇ ਵੀ ਆਪਣੇ ਹਿਰਦੇ ਚੋਂ ਨਹੀਂ ਵਿਸਾਰਦਾ। ਰਾਤ ਦੇ ਨੱਠੇ ਪੈਰ ਉਸ ਵਾਹਿਗੁਰੂ ਨੂੰ ਸੰਭਾਲਦਾ ਹਾਂ, ਸੰਭਾਲਦਾ ਹਾਂ, ਉਹਦਾ ਨਾਮ ਲੈਂਦਾ ਹਾਂ ਤਾਂ ਜੀਵਦਾ ਹਾਂ। ਨਾਮ ਲਈ ਤਾਂ ਜੀਵਾ, ਉਹਦਾ ਨਾਮ ਲੈ ਕੇ ਹੀ ਜੀਵਦਾ। ਉਹਦੇ ਨਾਮ ਬਿਨਾਂ ਕਾਹਦਾ ਜੀਵਨ। ਵਾਹਿਗੁਰੂ ਵਾਹਿਗੁਰੂ ਇਹ ਅੰਮ੍ਰਿਤ ਨਾਮ ਲੈ ਲੈ ਕੇ ਜੀਵਦਾ ਹਾਂ। ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਦਾ ਹਾਂ ਤਾਂ ਜੀਵਦਾ ਹਾਂ। ਨਿਰੰਕਾਰ ਦੇ ਨਾਮ ਤੋਂ ਬਿਨਾਂ ਕਾਹਦਾ ਜੀਵਨ। ਜੀਵੋ ਨਾਮ ਸੁਣੀ, ਉਹਦਾ ਨਾਮ ਜਪ ਕੇ, ਉਹਦੇ ਨਾਮ ਨੂੰ ਸੁਣ ਕੇ ਹੀ ਮੈਂ ਜੀਵਦਾ ਹਾਂ। ਮੇਰਾ ਜੀਵਨ ਹੀ ਉਹਦਾ ਨਾਮ ਹੈ, ਏਦਾਂ ਕਹਿ ਸਕਦੇ ਹਾਂ। ਮੇਰਾ ਜੀਵਨ ਹਰੀ ਪਰਮੇਸ਼ਰ ਦਾ ਅੰਮ੍ਰਿਤ ਨਾਮ ਹੈ। ਐਸੇ ਅੰਮ੍ਰਿਤ ਨਾਮ ਨੂੰ ਲੈ ਕੇ ਮੈਂ ਜੀਵਦਾ ਹਾਂ। ਸਰਾਵਣੀ ਸੁਣੀ ਤਾਂ ਇਹੋ ਮਨ ਤ੍ਰਿਪਤ ਹੈ, ਗੁਰਮੁਖ ਅੰਮ੍ਰਿਤ ਪੀਵਾ। ਕੰਨਾਂ ਦੇ ਨਾਲ ਸੁਣਦਾ ਹਾਂ ਤਾਂ ਮੇਰਾ ਇਹ ਮਨ ਤ੍ਰਿਪਤ ਹੁੰਦਾ। ਜਦੋਂ ਕੰਨਾਂ ਨਾਲ ਸੁਣਦਾ ਹਾਂ ਵਾਹਿਗੁਰੂ ਤਾਂ ਮੇਰਾ ਇਹ ਮਨ ਰੱਜ ਜਾਂਦਾ, ਮੇਰਾ ਇਹ ਮਨ ਤਾਂ ਤ੍ਰਿਪਤ ਹੁੰਦਾ ਹੈ। ਪਰ ਮੇਰੇ ਗੁਰੂ ਨੇ ਇਹ ਨਾਮ ਅੰਮ੍ਰਿਤ ਮੈਨੂੰ ਬਖਸ਼ਿਆ ਹੈ। ਮੈਂ ਆਪਣੇ ਮੁਖ ਦੁਆਰਾ ਵੀ ਜਪ ਜਪ ਕੇ ਇਸ ਨਾਮ ਅੰਮ੍ਰਿਤ ਨੂੰ ਪੀਂਦਾ ਹਾਂ। ਇਹ ਨਾਮ ਅੰਮ੍ਰਿਤ ਹੈ ਔਰ ਮੁਖ ਦੁਆਰਾ ਵੀ ਇਸ ਨੂੰ ਪੀਂਦਾ ਹਾਂ। ਅੰਮ੍ਰਿਤ ਨਾਮ ਨਿਧਾਨ ਹੈ, ਅੰਮ੍ਰਿਤ ਨਾਮ ਨਿਧਾਨ ਹੈ। ਅੰਮ੍ਰਿਤ ਨਾਮ ਨਿਧਾਨ ਹੈ, ਅੰਮ੍ਰਿਤ ਨਾਮ ਨਿਧਾਨ ਹੈ। ਮਿਲ ਪੀਵੋ ਭਾਈ, ਮਿਲ ਪੀਵੋ ਭਾਈ, ਮਿਲ ਪੀਵੋ ਭਾਈ, ਮਿਲ ਪੀਵੋ ਭਾਈ। ਇਹ ਅੰਮ੍ਰਿਤ ਨਾਮ ਨੂੰ ਸੁਣ ਸੁਣ ਕੇ ਜੀਵਦਾ ਹਾਂ। ਔਰ ਇਸ ਅੰਮ੍ਰਿਤ ਨਾਮ ਨੂੰ ਮੈਂ ਗੁਰੂ ਦੇ ਮੁਖ ਦੁਆਰਾ ਪ੍ਰਾਪਤ ਕਰਕੇ ਪੀਵਦਾ ਹਾਂ। ਕੰਨਾਂ ਦੇ ਡੋਨੇ ਬਣਾ ਕੇ ਨਾ, ਕੰਨਾਂ ਦੇ ਡੋਨਿਆਂ ਨਾਲ ਭਰ ਪੀਵਦਾ ਹਾਂ। ਰਸਨਾ ਦੁਆਰਾ ਜਪ ਕੇ ਇਸ ਅੰਮ੍ਰਿਤ ਨਾਮ ਦੀਆਂ ਘੁੱਟਾਂ ਭਰ ਕੇ ਸਵੈ ਅੰਤਰਾਤਮੇ ਪੁੰਚਦਾ ਹਾਂ। ਜੇ ਕੋ ਖਾਵੇ ਜੇ ਕੋ ਪੁੰਚਾ ਵਾਲੀ ਖੇਡ ਉਹ ਮੇਰੇ ਗੁਰੂ ਨੇ ਮੇਰੀ ਬਣਾ ਦਿੱਤੀ ਹੈ। ਨਦਰ ਕਰੇ ਤਾਂ ਸਤਿਗੁਰ ਮੇਲੇ, ਅਨ ਦਿਨ ਵਿਵੇਕ ਬੁੱਧ ਵਿਚਰੈ। ਪਰਮੇਸ਼ਰ ਨਦਰ ਕਰੇ ਤਾਂ ਸਤਿਗੁਰਾਂ ਨਾਲ ਮੇਲ ਮਿਲਾਪ ਹੁੰਦਾ ਹੈ। ਕਹਿੰਦੇ ਪਰਮੇਸ਼ਰ ਦੀ ਕਿਰਪਾ ਨਾਲ ਗੁਰੂ ਮਿਲਦਾ ਹੈ ਤੇ ਗੁਰੂ ਦੀ ਕਿਰਪਾ ਨਾਲ ਪਰਮੇਸ਼ਰ ਮਿਲਦਾ ਹੈ। ਤੋ ਵਾਹਿਗੁਰੂ ਪਰਮੇਸ਼ਰ ਦੀ ਨਦਰ ਹੋਵੇ ਤਾਂ ਸਤਿਗੁਰੂ ਜੀ ਮਿਲਦੇ ਨੇ। ਸਤਿਗੁਰਾਂ ਦੇ ਮਿਲਣ ਨਾਲ ਅਨ ਦਿਨ ਰਾਤ ਦਿਨ ਵਿਵੇਕ ਬੁੱਧ ਦੇ ਵਿੱਚ ਫੇਰੇ ਜੀਵ ਵਿਚਰਨ ਲੱਗ ਪੈਂਦਾ। ਜਿਹੜੀ ਵਿਵੇਕ ਬੁੱਧੀ ਹੈ ਨਾ, ਇਹ ਬੜੀ ਸ੍ਰੇਸ਼ਟ ਬੁੱਧੀ ਹੈ ਜਿਹੜੀ ਗੁਰਸਿੱਖਾਂ ਨੇ ਆਪਣੇ ਗੁਰੂ ਪਾਸੋਂ ਮੰਗ ਕੇ ਲਈ ਹੈ। ਹਾਰ ਪਰਿਓ ਸੁਆਮੀ ਕੈ ਦੁਆਰਾ ਦੀਜਾ ਬੁੱਧ ਵਿਵੇਕਾ। ਮਹਾਰਾਜ ਸਾਨੂੰ ਵਿਵੇਕ ਬੁੱਧੀ ਬਖਸ਼ੋ। ਅਰਦਾਸ ਵਿੱਚ ਵੀ ਆਪਾਂ ਵਿਵੇਕ ਦਾਨ ਮੰਗਦੇ ਹਾਂ। ਮਹਾਰਾਜ ਵਿਵੇਕ ਦਾਨ ਦਿਓ, ਵਿਵੇਕ ਬੁੱਧੀ ਬਖਸ਼ੋ। ਇਹ ਬੜੀ ਸ੍ਰੇਸ਼ਟ ਬੁੱਧ ਹੈ ਵਿਵੇਕ। ਵੇਖਣ ਦਾ ਵਿਵੇਕ, ਸੁਣਨ ਦਾ ਵਿਵੇਕ,
ਖਾਣ ਦਾ ਵਿਵੇਕ, ਪਹਿਨਣ ਦਾ ਵਿਵੇਕ, ਬੋਲਣ ਦਾ ਵਿਵੇਕ, ਕੰਮ ਕਰਨ ਦਾ ਵਿਵੇਕ। ਵਿਵੇਕ ਨਾਮ ਹੁੰਦਾ ਵਿਚਾਰ। ਜਿੱਥੇ ਵਿਚਾਰ ਹੋਵੇ ਉਹਨੂੰ ਵਿਵੇਕ ਕਹਿੰਦੇ ਆ। ਵਿਚਾਰ ਕਿਹੜੀ? ਦੁਬਦਾ ਨੂੰ ਛੱਡ ਕੇ ਇੱਕ ਦੀ ਵਿਚਾਰ ਕਰਨੀ, ਦੋ ਨੂੰ ਛੱਡ ਕੇ ਇੱਕ ਨੂੰ ਵਿਚਾਰਨਾ ਨੂੰ ਕਹਿੰਦੇ ਨੇ ਵਿਵੇਕ। ਬਿਬ ਜਮਾ ਏਕ, ਬਿਬ ਨਾਮ ਦੋ ਦਾ ਹੈ, ਦੋ ਨੂੰ ਛੱਡ ਕੇ ਇੱਕ ਦੀ ਵਿਚਾਰ ਕਰਨੀ ਉਹਨੂੰ ਕਹਿੰਦੇ ਨੇ ਵਿਵੇਕ। ਹੰਸ ਕੋਲ ਵਿਵੇਕ ਬੁੱਧੀ ਆ, ਉਹ ਦੁੱਧ ਤੇ ਪਾਣੀ ਵੱਖੋ ਵੱਖਰਾ ਕਰ ਲੈਂਦਾ ਚੁੰਝ ਪਾ ਕੇ। ਏਦਾਂ ਗੁਰਮੁਖਾਂ ਦੇ ਕੋਲ ਵਿਵੇਕ ਬੁੱਧੀ ਆ, ਉਹ ਸੱਚ ਤੇ ਝੂਠ ਦਾ ਨਿਤਾਰਾ ਕਰਕੇ, ਸੱਚ ਗ੍ਰਹਿਣ ਕਰਕੇ ਝੂਠ ਦਾ ਤਿਆਗ ਕਰ ਦਿੰਦੇ। ਖਾਣਾ ਕਿਸ ਤਰ੍ਹਾਂ ਦਾ ਉਹਦੇ ਲਈ ਵਿਚਾਰ ਕਰਦੇ ਵੀ ਇਹ ਖਾਣਾ ਮੈਨੂੰ ਖਾਣਾ ਚਾਹੀਦਾ। ਸੁਣਨਾ ਕੀ ਹੈ? ਸੁਣਨ ਵੇਲੇ ਵਿਚਾਰ ਕਰਦੇ ਵੀ ਇਹ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਮੈਨੂੰ ਸੁਣਨੀਆਂ ਚਾਹੀਦੀਆਂ ਕਿ ਨਹੀਂ, ਵਿਚਾਰ ਕਰ ਲੈਣੀ। ਇਹ ਮੇਰੇ ਲਈ ਉਪਯੋਗ ਨਹੀਂ ਹਨ ਤਾਂ ਉਹਨਾਂ ਨੂੰ ਸੁਣਦਾ ਨਹੀਂ ਹੈ। ਬੋਲਣ ਵੇਲੇ ਵੀ ਵਿਵੇਕ ਹੈ, ਮੇਰੇ ਬੋਲੇ ਹੋਏ ਬੋਲਾਂ 'ਚ ਉਹਦਾ ਅਸਰ, ਉਹਦੀ ਤਾਸੀਰ ਮੇਰੇ ਹਿਰਦੇ ਵਿੱਚ ਵੀ ਉਤਰਨੀ ਹੈ। ਖਾਣ ਦਾ ਵੀ ਵਿਵੇਕ ਹੈ। ਇਸ ਕਰਕੇ ਕਈ ਗੁਰਸਿੱਖ ਵਿਵੇਕ ਰੱਖਦੇ ਨੇ, ਖਾਣ ਦਾ ਵੀ ਵਿਵੇਕ ਰੱਖਦੇ ਆ, ਪਹਿਰਨ ਦਾ ਵੀ ਵਿਵੇਕ ਰੱਖਦੇ ਕਿ ਜਿਹੜੇ ਮੈਂ ਵਸਤਰ ਪਹਿਨਣੇ ਆ ਇਹਦੇ ਨਾਲ ਸਮਾਜ ਵਿੱਚ ਕੀ ਸੁਨੇਹਾ ਜਾਂਦਾ ਹੈ। ਇਹਨਾਂ ਵਸਤਰਾਂ ਦੇ ਨਾਲ ਕਿ ਮੇਰਾ ਸਰੀਰ, ਮੈਨੂੰ ਇਹ ਸੁਖਦਾਈ ਹੋ ਰਹੇ ਨੇ ਵਸਤਰ। ਤੋ ਪਹਿਰਨ ਦਾ ਵੀ ਵਿਵੇਕ ਹੈ। ਹਰ ਕੰਮ 'ਚ ਵਿਵੇਕ ਹੋਣਾ, ਵਿਚਾਰ ਹੋਣੀ। ਤੋ ਸਤਿਗੁਰੂ ਜੀ ਦੇ ਸਿੱਖ ਸਤਿਗੁਰਾਂ ਕੋਲੋਂ ਵਿਵੇਕ ਬੁੱਧੀ ਲੈਂਦੇ ਹੈ ਔਰ ਉਸ ਵਿਵੇਕ ਬੁੱਧੀ ਦੇ ਅਨੁਸਾਰ ਉਹ ਵਿਚਰਦੇ ਹਨ। ਅੰਦਰ ਸਾਚਾ ਨੇਹੋ ਪੂਰੇ ਸਤਿਗੁਰੈ। ਪੂਰੇ ਸਤਿਗੁਰਾਂ ਦਾ ਗੁਰਸਿੱਖਾਂ ਦੇ ਅੰਦਰ ਸੱਚਾ ਨੇਹੋ ਹੈ, ਸੱਚੀ ਪ੍ਰੀਤ ਹੈ, ਸੱਚਾ ਪ੍ਰੇਮ ਹੈ। ਉਹ ਆਪਣੇ ਪੂਰੇ ਸਤਿਗੁਰਾਂ ਦਾ ਸੱਚਾ ਨੇਹੋ ਆਪਣੇ ਹਿਰਦੇ 'ਚ ਰੱਖਦੇ ਹਨ। ਸਤ ਸੰਗਤ ਮਿਲੈ ਵਡ ਭਾਗ, ਤਾਂ ਹਰ ਰਸ ਆਵੇ ਜੀਓ। ਇਹ ਸਾਧ ਸੰਗਤ ਦੀਆਂ ਘੜੀਆਂ ਵੱਡਿਆਂ ਭਾਗਾਂ ਨਾਲ ਪ੍ਰਾਪਤ ਹੁੰਦੀਆਂ। ਸਤ ਸੰਗਤ ਮਿਲੈ ਵਡ ਭਾਗ, ਤਾਂ ਹਰ ਰਸ ਆਵੇ ਜੀਓ। ਤਾਂ ਹਰੀ ਦਾ ਰਸ ਆਉਂਦਾ ਹੈ। ਜਦੋਂ ਸਾਧ ਸੰਗਤ ਪ੍ਰਾਪਤ ਹੁੰਦੀ ਹੈ ਵੱਡਿਆਂ ਭਾਗਾਂ ਕਰਕੇ, ਤਾਂ ਸੰਗਤ ਵਿੱਚ ਆ ਕੇ ਹਰੀ ਰਸ ਆਉਣਾ ਸ਼ੁਰੂ ਹੁੰਦਾ ਹੈ। ਇੱਥੇ ਆ ਕੇ ਪਤਾ ਲੱਗਦਾ ਜੀਵਨ ਕੀ ਹੈ, ਹਰੀ ਦਾ ਨਾਮ ਰਸ ਕੀ ਹੈ। ਸੰਗਤ ਬਿਨਾਂ ਗੱਲ ਨਹੀਂ ਬਣਦੀ। ਤੁਸੀਂ ਜਿੰਨੀ ਮਰਜ਼ੀ ਘਰ ਬੈਠੇ ਸਾਧਨਾ ਕਰ ਲਓ, ਸਿਮਰਨ ਕਰ ਲਓ, ਭਜਨ ਕਰ ਲਓ, ਜਦੋਂ ਤੱਕ ਸਤ ਸੰਗਤ ਵਿੱਚ ਨਹੀਂ ਆਉਂਦੇ ਉਦੋਂ ਤੱਕ ਗੱਲ ਨਹੀਂ ਬਣਨੀ। ਤੋ ਸਤ ਸੰਗਤ ਵਿੱਚ ਆ ਕੇ ਹਰੀ ਰਸ ਆਉਂਦਾ ਹੈ, ਹਰੀ ਦੇ ਨਾਮ ਰਸ ਦੀ ਪ੍ਰਾਪਤੀ ਹੁੰਦੀ ਹੈ। ਅਨ ਦਿਨ ਰਹਿ ਲਿਵ ਲਾਏ, ਤਾਂ ਸਹਿਜ ਸਮਾਵੈ ਜੀਓ। ਰੱਬ ਦੇ ਪਿਆਰੇ ਰਾਤ ਦਿਨ ਉਸ ਵਾਹਿਗੁਰੂ ਦੇ ਨਾਲ ਆਪਣੀ ਲਿਵ ਲਾ ਕੇ ਰੱਖਦੇ ਨੇ। ਅੱਠੇ ਪੈਰ ਨਿਰੰਤਰ ਇੱਕ ਰਸ ਵਾਹਿਗੁਰੂ ਦੇ ਅੰਮ੍ਰਿਤ ਨਾਮ ਨਾਲ ਗੁਰਮੁਖਾਂ ਦੀ ਲਿਵ ਲੱਗੀ ਰਹਿੰਦੀ ਹੈ ਔਰ ਉਹ ਸਹਿਜ ਵਿੱਚ ਸਮਾ ਜਾਂਦੇ ਨੇ। ਸਹਿਜ ਕਿਸ ਨੂੰ ਕਹਿੰਦੇ ਨੇ? ਤਿੰਨਾਂ ਅਵਸਥਾਵਾਂ ਵਿੱਚ ਆਪਾਂ ਸਾਰੇ ਇਸ ਵੇਲੇ ਆਪਾਂ ਜਾਗਰਤ ਵਿੱਚ ਬੈਠੇ ਹਾਂ, ਇਹਨੂੰ ਕਹਿੰਦੇ ਨੇ ਜਾਗਰਤ ਅਵਸਥਾ। ਇੱਕ ਮੰਜੇ ਤੇ ਪੈ ਗਏ, ਨੇਤਰ ਬੰਦ ਕੀਤੇ ਨੇ, ਹਾਲੇ ਨੀਂਦ ਨਹੀਂ ਆਈ ਤੇ ਨਾ ਹੀ ਜਾਗ ਰਹੇ ਆ, ਸੁਪਨਾ ਆਉਣਾ ਸ਼ੁਰੂ ਹੋ ਗਿਆ, ਉਹਨੂੰ ਕਹਿੰਦੇ ਨੇ ਸੁਪਨ ਅਵਸਥਾ। ਫਿਰ ਇੱਕ ਗੂੜੀ ਨੀਂਦ 'ਚ ਜਦੋਂ ਚਲੇ ਗਏ, ਪਤਾ ਨਹੀਂ ਕਿੱਥੇ ਪਏ ਆ, ਉਹਨੂੰ ਕਹਿੰਦੇ ਨੇ ਸੁਖੋਪਤੀ। ਇਹ ਤਿੰਨ ਅਵਸਥਾਵਾਂ ਨੇ, ਜਾਗਰਤ, ਸਵਪਨ ਔਰ ਸੁਖੋਪਤੀ। ਇਹਨਾਂ ਤਿੰਨਾਂ ਵਿੱਚ ਸਾਡੀ ਸਾਖਸ਼ੀ ਆਤਮਾ ਕੰਮ ਕਰਦੀ ਹੈ। ਉਹ ਅੱਗੇ ਵੱਖੋ ਵੱਖਰੇ ਫਿਰ ਵਿਸ਼ੇ ਨੇ ਕਿ ਜਾਗਰਤ ਵਿੱਚ ਵਿਸ਼ਵ ਹੈ, ਸੁਖੋਪਤੀ ਵਿੱਚ ਤੈਜਸ ਹੈ, ਸਵਪਨ ਵਿੱਚ ਪ੍ਰਾਗ ਹੈ। ਇਦਾਂ
ਉਹਦਾ ਜਿਹੜਾ ਜੀਵ ਅਭਿਮਾਨੀ ਹੁੰਦਾ ਉਹਦੇ ਵਿੱਚ ਜਿਹੜਾ ਕੰਮ ਕਰਦਾ। ਜਾਗਰਤ ਵਿੱਚ ਇਹ ਸਾਡਾ ਸਥੂਲ ਸਰੀਰ ਕੰਮ ਕਰ ਰਿਹਾ, ਅਸੀਂ ਜਾਗੇ ਆ, ਆਹ ਸਰੀਰ ਕੰਮ ਕਰ ਰਿਹਾ, ਬੈਠੇ ਆ। ਜਦੋਂ ਸੁਪਨਾ ਹੁੰਦਾ ਹੈ, ਸੁਪਨੇ ਵਿੱਚ ਸਾਡਾ ਸੂਖਮ ਸਰੀਰ ਕੰਮ ਕਰਦਾ। ਤਿੰਨ ਦੇਹੀਆਂ ਨੇ ਨਾ, ਤਿੰਨ ਸਰੀਰ ਨੇ, ਸਥੂਲ, ਸੂਖਮ ਤੇ ਕਾਰਨ। ਜਾਗਰਤ ਵਿੱਚ ਸਥੂਲ ਸਰੀਰ ਕੰਮ ਕਰਦਾ, ਸੁਪਨੇ ਵਿੱਚ ਸੂਖਮ ਸਰੀਰ ਕੰਮ ਕਰਦਾ। ਉਦੋਂ ਵੀ ਤਾਂ ਭੱਜ ਨੱਠ ਰਹੇ ਹੁੰਦੇ ਸੁਪਨੇ 'ਚ, ਇੱਕ ਸਰੀਰ ਉਦੋਂ ਵੀ ਹੁੰਦਾ, ਉਹ ਸੂਖਮ ਸਰੀਰ। ਇੱਕ ਸੁਖੋਪਤੀ ਜਦੋਂ ਹੁੰਦੀ ਹੈ ਗੂੜੀ ਵਿਦਿਆ, ਉੱਥੇ ਕਾਰਨ ਸਰੀਰ ਕੰਮ ਕਰਦਾ, ਕਿਉਂਕਿ ਕਾਰਨ ਸਰੀਰ ਬਣਿਆ ਹੀ ਵਿਦਿਆ ਦਾ ਹੈ। ਤਿੰਨ ਅਵਸਥਾਵਾਂ ਵਿੱਚ ਇਹ ਤਿੰਨ ਸਰੀਰ ਕਿਰਿਆ ਕਰਦੇ ਹੈ। ਉਹਨਾਂ ਤਿੰਨਾਂ ਸਰੀਰਾਂ ਨੂੰ ਜਿਹੜਾ ਪਰੇ ਤੋਂ ਪ੍ਰਕਾਸ਼ਣੇ ਵਾਲਾ ਉਹਨੂੰ ਕਹਿੰਦੇ ਨੇ ਆਤਮਾ। ਗੁਰਮੁਖ ਸਾਧਕ ਸਾਧਨਾ ਕਰਦੇ ਕਰਦੇ ਉੱਥੇ ਪਹੁੰਚ ਜਾਂਦੇ ਆ, ਤੇ ਜਦੋਂ ਤਿੰਨਾਂ ਤੋਂ ਪਰੇ ਪਹੁੰਚ ਜਾਂਦੇ ਨੇ ਉਹਨੂੰ ਕਹਿੰਦੇ ਨੇ ਚੌਥੀ ਅਵਸਥਾ, ਜਿਹਨੂੰ ਮਹਾਰਾਜ ਜੀ ਨੇ ਤੁਰਿਆ ਪਦ ਕਿਹਾ। ਤੀਨ ਵਿਆਪਹਿ ਜਗਤ ਕੋ ਤੁਰਿਆ ਪਾਵੈ ਕੋਏ, ਉਹ ਤੁਰਿਆ ਪਦ, ਉਹਨੂੰ ਸਹਿਜ ਵੀ ਕਹਿੰਦੇ ਆ। ਸਹਿਜ 'ਚ ਸਮਾ ਜਾਣਾ, ਤੁਰਿਆ ਪਦ 'ਚ ਚਲੇ ਜਾਣਾ, ਜਿਹੜਾ ਇਹਨਾਂ ਤਿੰਨਾਂ ਅਵਸਥਾਵਾਂ ਤੋਂ ਪਰੇ ਹੈ। ਤੋ ਤਿੰਨਾਂ ਅਵਸਥਾਵਾਂ ਤੋਂ ਪਰੇ ਜੋ ਤੁਰਿਆ ਪਦ ਹੈ, ਗੁਰਮੁਖ ਰਾਤ ਦਿਨ ਵਾਹਿਗੁਰੂ ਦੇ ਚਰਨਾਂ ਨਾਲ ਆਪਣੀ ਲਿਵ ਲਾ ਕੇ ਉਸ ਸਹਿਜ ਦੀ ਅਵਸਥਾ ਵਿੱਚ, ਤੁਰਿਆ ਪਦ ਦੀ ਅਵਸਥਾ ਵਿੱਚ ਜਾ ਕੇ ਸਮਾ ਜਾਂਦੇ ਹਨ। ਸਹਿਜ ਸਮਾਵੈ ਤਾ ਹਰ ਮਨ ਭਾਵੈ, ਸਦਾ ਅਤੀਤ ਬੈਰਾਗੀ। ਸਹਿਜ 'ਚ ਸਮਾ ਜਾਂਦੇ ਨੇ, ਹਰੀ ਹੀ ਉਹਨਾਂ ਦੇ ਮਨ ਨੂੰ ਭਾਉਂਦਾ ਹੈ, ਔਰ ਉਹ ਰੱਬ ਦੇ ਪਿਆਰੇ ਸਦਾ ਲਈ ਅਤੀਤ ਹੋ ਜਾਂਦੇ ਹਨ। ਅਤੀਤ, ਵਿਰਕਤ, ਵੈਰਾਗੀ, ਨਿਰਚਾਵਾਨ ਹੋ ਜਾਂਦੇ ਆ। ਕਿਸੇ ਪਦਾਰਥ ਦੀ ਉਹਨਾਂ ਨੂੰ ਕੋਈ ਚਾਹਨਾ ਤੇ ਖਵਾਹਿਸ਼ ਨਹੀਂ ਰਹਿੰਦੀ। ਹਾਂਜੀ। ਹਾਲਤ ਪਾਲਤ ਸੋਭਾ ਜਗ ਅੰਤਰ, ਰਾਮ ਨਾਮ ਲਿਵ ਲਾਗੇ। ਲੋਕ ਪਰਲੋਕ ਦੋਹਾਂ ਜਹਾਨਾਂ ਵਿੱਚ ਉਹਨਾਂ ਦੀ ਸੋਭਾ ਹੁੰਦੀ ਹੈ। ਲੋਕ ਪਰਲੋਕ ਦੋਹਾਂ ਜਹਾਨਾਂ ਵਿੱਚ ਹਾਲਤ ਪਾਲਤ, ਜਿਨ੍ਹਾਂ ਦੀ ਰਾਮ ਦੇ ਨਾਮ ਨਾਲ ਲਿਵ ਲੱਗੀ ਹੋਈ ਹੈ, ਉਹਨਾਂ ਦਾ ਲੋਕ ਵੀ ਸਬਰ ਜਾਂਦਾ ਤੇ ਪਰਲੋਕ ਵੀ ਸਬਰ ਜਾਂਦਾ। ਸਤਿਗੁਰੂ ਲੋਕ ਪਰਲੋਕ ਦੋਵੇਂ ਹੀ ਉਹਨਾਂ ਦੇ ਸਫਲੇ ਬਣਾ ਦਿੰਦੇ ਹੈ, ਜਿਨ੍ਹਾਂ ਦੇ ਹਿਰਦਿਆਂ ਵਿੱਚ ਨਿਰੰਤਰ ਇੱਕ ਰਸ ਪਰਮੇਸ਼ਰ ਦੇ ਅੰਮ੍ਰਿਤ ਨਾਮ ਦੀ ਲਿਵ ਲੱਗੀ ਹੋਈ ਹੈ। ਹਰਖ ਸੋਗ ਤੁਹਾਂ ਤੇ ਮੁਕਤਾ, ਜੋ ਪ੍ਰਭ ਕਰੇ ਸੋ ਭਾਵਏ। ਜਿਹੜੇ ਰੱਬ ਦੇ ਪਿਆਰੇ ਨੇ ਉਹ ਹਰਖ ਸੋਗ ਦੋਹਾਂ ਤੋਂ ਮੁਕਤ ਹੋ ਜਾਂਦੇ ਨੇ, ਕਿਉਂਕਿ ਜਦੋਂ ਜਾਗਰਤ ਸੁਪਨ ਸੁਖੋਪਤੀ ਤੋਂ ਪਰੇ ਤੁਰਿਆ ਪਦ 'ਚ ਰਹਿਣਾ ਹੈ, ਤੇ ਤੁਰਿਆ ਪਦ ਵਿੱਚ ਨਾ ਹਰਖ ਵਿਆਪਦਾ ਨਾ ਸੋਗ, ਆਏ ਦੀ ਖੁਸ਼ੀ ਨਹੀਂ, ਗਏ ਦਾ ਗਮ ਨਹੀਂ। ਹਰਖ ਤੇ ਸੋਗ ਦੋਹਾਂ ਤੋਂ ਮੁਕਤ ਹੋ ਜਾਂਦੇ ਨੇ। ਜੋ ਪ੍ਰਭੂ ਕਰਦਾ ਹੈ ਸੋ ਭਾਵੈ, ਉਹੀ ਉਹਨਾਂ ਦੇ ਮਨ ਨੂੰ ਭਾਉਂਦਾ ਕਿ ਮੇਰੇ ਸਾਈਂ ਨੇ ਜੋ ਕੀਤਾ ਚੰਗਾ ਕੀਤਾ, ਸਾਈਂ ਮੇਰਾ ਚੰਗਾ ਕੀਤਾ। ਮੇਰਾ ਸਾਈਂ ਜੋ ਕਰਦਾ ਹੈ, ਜੋ ਕਰ ਰਿਹਾ ਹੈ, ਜੋ ਕਰੇਗਾ, ਉਹ ਚੰਗਾ ਹੀ ਹੈ, ਉਹ ਭਲਾ ਹੀ ਹੈ। ਉਸ ਵਾਹਿਗੁਰੂ ਪਰਮੇਸ਼ਰ ਦੀ ਕੀਤੀ ਕਰਨੀ ਵਿੱਚ ਉਹ ਰਾਜੀ ਰਹਿੰਦੇ ਨੇ, ਉਹਦੇ ਕੀਤੇ ਨੂੰ ਸਿਰ ਮੱਥੇ ਤੇ ਪ੍ਰਵਾਨ ਕਰਦੇ ਹਨ। ਸਤ ਸੰਗਤ ਮਿਲੈ ਵਡ ਭਾਗ, ਤਾ ਹਰ ਰਸ ਆਵੇ ਜੀਓ। ਇਹ ਸਾਧ ਸੰਗਤ ਦੀਆਂ ਘੜੀਆਂ ਵੱਡਿਆਂ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੁੰਦੀਆਂ। ਵਡਭਾਗੀ ਸਾਧ ਸੰਗ ਪ੍ਰਾਪਤ, ਤਿਨ ਭੇਟਤ ਦੁਰਮਤ ਖੋਈ। ਇਹ ਸਾਧ ਸੰਗਤ ਵੱਡਿਆਂ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੁੰਦੀ ਹੈ। ਜਿਹੜੇ ਵਡਭਾਗੀਏ ਸਾਧ ਸੰਗਤ ਵਿੱਚ ਆ ਕੇ ਜੁੜਦੇ ਹਨ, ਉਹਨਾਂ ਨੂੰ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਅੰਮ੍ਰਿਤ ਨਾਮ ਰਸ ਦੀ ਪ੍ਰਾਪਤੀ ਹੁੰਦੀ ਹੈ। ਦੂਜੈ ਭਾਏ ਦੁਖ ਹੋਏ, ਮਨ ਮੁਖ ਜਮ ਜੋਹਿਆ ਜੀਓ। ਜਿਹੜੇ ਦੂਜੇ ਭਾਵ ਵਿੱਚ ਦੁਬਦਾ ਵਿੱਚ ਲੱਗੇ ਹੋਏ ਨੇ, ਉਹਨਾਂ ਨੂੰ ਦੁੱਖ ਹੁੰਦੇ ਹਨ। ਜਿਹੜੇ ਮਨਮੁਖ ਨੇ, ਉਹਨਾਂ ਨੂੰ ਜਮ ਜੋ ਲੈਂਦੇ ਹਨ, ਉਹਨਾਂ ਨੂੰ ਜਮ ਜੋਂਦੇ ਨੇ। ਮਨਮੁਖਾਂ ਦੇ ਉੱਤੇ
ਜਮ ਹਾਵੀ ਹੁੰਦੇ ਹਨ। ਆਏ ਹਾਏ ਕਰੇ ਦਿਨ ਰਾਤ, ਮਾਇਆ ਦੁਖ ਮੋਹਿਆ ਜੀਓ। ਕਹਿੰਦੇ ਰਾਤ ਦਿਨ ਅੱਠੇ ਪਹਿਰ ਉਹ ਹਾਏ ਹਾਏ ਕਰਦੇ ਆਪਣੇ ਮੂੰਹੋਂ। ਰਾਤ ਦਿਨ ਮਾਇਆ ਦੁਖ ਮੋਹਿਆ ਜੀਓ, ਮਾਇਆ ਦੇ ਦੁੱਖ ਕਰਕੇ ਉਹ ਜੀਵ ਗਰਸੇ ਰਹਿੰਦੇ ਹਨ। ਮਾਇਆ ਦੁਖ ਮੋਹਿਆ ਹਉ ਮੈਂ ਰੋਹਿਆ, ਮੇਰੀ ਮੇਰੀ ਕਰਤ ਵਿਹਾਵੇ। ਮਾਇਆ ਦੇ ਦੁੱਖ ਕਰਕੇ ਜੀਵ ਹਉਮੈ ਵਿੱਚ ਅਰੋਹੇ ਸਵਾਰ ਹੋਏ, ਮੇਰੀ 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 ਕਰਦਿਆਂ ਆਪਣੀ ਸਾਰੀ ਜ਼ਿੰਦਗੀ ਬਤੀਤ ਕਰ ਦਿੰਦੇ ਆ। ਆ ਵੀ ਮੇਰਾ, ਆ ਵੀ ਮੇਰਾ, ਮੇਰੀ ਮੇਰੀ ਕਰਤੇ ਜਨਮ ਗਇਓ। ਆਪਣਾ ਸਾਰਾ ਜਨਮ ਮੈਂ ਮੇਰੀ ਦੇ ਉਲਝੇਵੇਂ ਵਿੱਚ ਉਲਝਿਆ ਹੀ, ਹੰਗਤਾ ਔਰ ਮਮਤਾ ਦੀ ਬਿਰਤੀ ਵਿੱਚ ਹੀ ਬਤੀਤ ਕਰ ਦਿੰਦੇ ਹਨ, ਔਰ ਇਹਦੇ ਤੋਂ ਉੱਪਰ ਉੱਠਦੇ ਹੀ ਨਹੀਂ ਹਨ। ਉਹਨਾਂ ਨੂੰ ਕੇਵਲ ਜੋ ਮੈਂ ਮੇਰੀ ਆ ਉਹੀ ਨਜ਼ਰ ਆਉਂਦੀ ਹੈ। ਪਾਰ ਬ੍ਰਹਮ ਪਰਮੇਸ਼ਰ ਦੀ ਜੋਤ ਨਹੀਂ ਦਿਸਦੀ ਕਿਤੇ ਵੀ। ਉਹ ਮੈਂ ਮੇਰੀ ਦੇ ਉਲਝੇਵੇਂ ਵਿੱਚ ਉਲਝੇ ਹੋਏ ਆਪਣੀ ਸਾਰੀ ਜ਼ਿੰਦਗੀ ਬਤੀਤ ਕਰ ਦਿੰਦੇ ਹਨ। ਜੋ ਪ੍ਰਭ ਦੇ ਤਿਸ ਚੇਤੈ ਨਾਹੀ, ਅੰਤ ਗਿਆ ਪਛਤਾਵੇ। ਕਹਿੰਦਾ ਆ ਵੀ ਮੇਰਾ, ਆ ਵੀ ਮੇਰਾ। ਕਹਿੰਦੇ ਜਿਸ ਰੱਬ ਨੇ ਦਿੱਤਾ ਉਹਨੂੰ ਯਾਦ ਨਹੀਂ ਕਰਦਾ। ਜਿਸ ਨੇ ਸਾਰੀਆਂ ਦਾਤਾਂ ਦਿੱਤੀਆਂ ਨੇ ਉਹ ਇਹਦੇ ਚੇਤੇ 'ਚ ਨਹੀਂ। ਕਹਿੰਦਾ ਇਹ ਵੀ ਦਾਤ ਮੇਰੀ ਹੈ, ਇਹ ਵੀ ਦਾਤ ਪਿਆਰੀ ਆ, ਦਾਤਾ ਨਹੀਂ ਚੇਤੇ, ਉਹ ਭੁੱਲਿਆ ਹੋਇਆ। ਇਹ ਸਰੀਰ ਮੇਰਾ ਹੈ, ਇਹ ਪਰਿਵਾਰ ਮੇਰਾ ਹੈ, ਇਹ ਜੀ ਜੰਤ ਮੇਰੇ ਨੇ, ਇਹ ਸਭ ਕੁਝ ਮੇਰਾ ਹੈ। ਕਹਿੰਦੇ ਸੱਜਣਾ ਜਿਸ ਨੇ ਦਿੱਤਾ ਉਸ ਨੂੰ ਤਾਂ ਤੂੰ ਚੇਤਦਾ ਹੀ ਨਹੀਂ। ਜੋ ਪ੍ਰਭ ਦੇ ਤਿਸ ਚੇਤੈ ਨਾਹੀ, ਉਹਨੂੰ ਤਾਂ ਚੇਤਦਾ ਹੀ ਨਹੀਂ, ਯਾਦ ਨਹੀਂ ਕਰਦਾ। ਅੰਤ ਗਿਆ ਪਛਤਾਵੇ। ਅਖੀਰ ਨੂੰ ਕੀ ਹੋਇਆ? ਅੰਤ ਨੂੰ ਕੇਵਲ ਪਛਤਾਵਾ ਕਰਦਿਆਂ ਹੋਇਆਂ ਇਹ ਸੰਸਾਰ ਤੋਂ ਚਲਾ ਗਿਆ। मेरी मेरी कैरों करते दुर्योधन से पाही, 12 जोजन छतरत चला था, देही गिरज न खाई। की होया मुड़ के? पछतावा ही रह गया ना। जेड़ा कहंदा सी मैं ही मैं हाँ। कृष्ण जी तुसीं कहंदे हो मैं पांडवां नूं 5 पिंड दे दियां, मैं तां सूई दे नक्के जिन्नी थां ना दियां इन्हां नूं, मेरा राज है। अखीर च की लैके गया नाल? किड्डी वड्डी महाभारत हुई। तो साहब कहंदे अंत नूं फेरे केवल पछतावा ही लैके संसार तो जांदा है, होर इहदे पल्ले कुछ नहीं रह जांदा। बिन नावे को साथ न चालै, पुत्र कलत्तर माया तोहिया। परमेश्वर दे नाम तो बिना कुछ भी नाल नहीं चलदा, कुछ भी। एक नाम ही है, नाम तो बिना कोई बेली नहीं, ना पुत्र ना कलत्तर। कहंदे रिश्तेदारां नूं, संबंधियां नूं। कहंदे जिहड़ी माया तैनूं दिसदी है ना, ये भी धोया धोखा है। ये तैनूं धोखा देण वाली धोखा दे रही है। ਇਹ ਵੀ ਧੋਖੇ ਦੇ ਵਿੱਚ ਉਲਝਿਆ ਫਿਰਦਾ। ਨਿਰੰਕਾਰ ਪਰਮੇਸ਼ਰ ਦੇ ਨਾਮ ਤੋਂ ਬਿਨਾ ਕੋਈ ਬੇਲੀ ਨਹੀਂ। ਇੱਕ ਅਕਾਲ ਪੁਰਖ ਜੀ ਦਾ ਅੰਮ੍ਰਿਤ ਨਾਮ ਹੀ ਹੈ ਜਿਹੜਾ ਤੇਰਾ ਲੋਕ ਪਰਲੋਕ ਦੋਹਾਂ ਜਹਾਨਾਂ ਵਿੱਚ ਬੇਲੀ ਹੈ। ਦੂਜੈ ਭਾਏ ਦੁੱਖ ਹੋਏ, ਮਨ ਮੁਖ ਜਾਮ ਜੋਹਿਆ ਜੀਓ। ਦੂਜੇ ਭਾਅ ਵਿੱਚ ਦੁਬਦਾ ਵਿੱਚ ਲੱਗੇ ਹੋਏ ਮਨੁੱਖ ਨੂੰ ਦੁੱਖ ਹੀ ਭੋਗਦੇ ਹਨ, ਪਰ ਮਨਮੁਖਾਂ ਨੂੰ ਜਮ ਜੋ ਜੋ ਕੇ ਵੇਖਦੇ ਆ, ਪਰਖ ਪਰਖ ਕੇ ਵੇਖਦੇ ਆ। ਮਨਮੁਖਾਂ ਦੇ ਉੱਤੇ ਜਮਾਂ ਦਾ ਪੂਰਾ ਡੰਡਾ ਚੱਲਦਾ ਹੈ, ਪੂਰਾ ਵਸ ਚੱਲਦਾ ਹੈ। ਇਹੀ ਜਮ ਗੁਰਮੁਖਾਂ ਦਾ ਪ੍ਰਤਾਪ ਵੇਖ ਕੇ ਚਲੇ ਜਾਂਦੇ ਆ, ਔਰ ਮਨਮੁਖਾਂ ਨੂੰ ਫੜ ਫੜ ਕੇ ਜੋ ਜੋ ਕੇ ਵੇਖਦੇ ਆ। ਕੀ ਕੀਤਾ ਤੈਂ, ਕੀ ਕਰਮ ਕਮਾਏ ਨੇ, ਕੀ ਖੱਟਿਆ, ਕੀ ਗਵਾਇਆ, 10 ਕੱਲੇ ਕੱਲੇ ਪਲ ਪਲ ਦਾ ਹਿਸਾਬ ਕਿਤਾਬ।
ਮਨ ਮੁਖਾਂ ਨੂੰ ਜਮ ਜੋਂਦੇ ਹਨ, ਮਨ ਮੁਖਾਂ ਤੇ ਜਮ ਹਾਵੀ ਹੁੰਦੇ ਹਨ। ਕਰ ਕਿਰਪਾ ਲੇਹੋ ਮਿਲਾਏ, ਮਹਿਲ ਹਰ ਪਾਇਆ ਜਿਉ। ਏ ਵਾਹਿਗੁਰੂ ਜੀ, ਸਾਡੇ ਤੇ ਕਿਰਪਾ ਕਰੋ, ਸਾਨੂੰ ਆਪਣੇ ਨਾਲ ਮਿਲਾ ਲਵੋ ਮਹਾਰਾਜ। ਸਾਨੂੰ ਤੁਹਾਡੇ ਸਵਰੂਪ ਰੂਪੀ ਮਹਿਲ ਦੀ ਪ੍ਰਾਪਤੀ ਹੋ ਜਾਏ, ਐਸੀ ਕਿਰਪਾ ਕਰੋ ਮਹਾਰਾਜ, ਤੁਹਾਡਾ ਮਹਿਲ ਮਿਲ ਜਾਏ। ਆਹਾ, ਮਹਿਲ ਕਹਿੰਦੇ ਨੇ ਅਕਾਲ ਪੁਰਖ ਦੇ ਸਵਰੂਪ ਨੂੰ। ਵਾਹਿਗੁਰੂ ਜੀ, ਜੋ ਤੁਹਾਡਾ ਸਰੂਪ ਹੈ, ਮਹਿਲ ਹੈ, ਐਸਾ ਮਹਿਲ, ਐਸਾ ਸਵਰੂਪ ਉਹ ਸਾਨੂੰ ਪ੍ਰਾਪਤ ਹੋ ਜਾਵੇ। ਐਸੀ ਦਇਆ, ਐਸਾ ਤਰਸ ਵਾਹਿਗੁਰੂ ਜੀ ਸਾਡੇ ਤੇ ਕਰ ਦਿਓ। ਸਦਾ ਰਹਿ ਕਰ ਜੋੜ, ਪ੍ਰਭ ਮਨ ਪਾਇਆ ਜਿਉ। ਕਹਿੰਦੇ ਰੱਬ ਦੇ ਪਿਆਰੇ ਸਦਾ ਹੀ ਹੱਥ ਜੋੜ ਕੇ ਆਪਣੇ ਮਾਲਕ ਦੇ ਚਰਨਾਂ 'ਚ ਅਰਜ਼ੋਈ ਕਰਦੇ ਨੇ, ਔਰ ਉਹ ਆਪਣੇ ਪ੍ਰਭੂ ਦੇ ਮਨ ਨੂੰ ਭਾ ਜਾਂਦੇ ਨੇ। ਇੱਕ ਨਾਨਕ ਕੀ ਅਰਦਾਸ, ਜੇ ਤੁਧ ਭਾਵਸੀ। ਗੁਰਮੁਖ ਦਾ ਕਰਮ ਹੈ ਅਰਦਾਸ ਕਰਨੀ, ਤੇ ਅਰਦਾਸ ਕਰਕੇ ਆਪਣੇ ਮਾਲਕ ਦੇ, ਆਪਣੇ ਸਾਹਿਬ ਦੇ ਮਨ ਨੂੰ ਭਾ ਜਾਣਾ। ਗੁਰਮੁਖ ਅਰਦਾਸ ਕਰਦੇ ਨੇ ਹੱਥ ਜੋੜ ਕੇ, ਤੇ ਆਪਣੇ ਪ੍ਰਭੂ ਦੇ ਮਨ ਨੂੰ ਭਾ ਜਾਂਦੇ ਹਨ। ਮਹਾਰਾਜ, ਜਿਹੋ ਜਿਹੇ ਵੀ ਹਾਂ, ਬੁਰੇ ਹਾਂ, ਭਲੇ ਹਾਂ, ਨੀਚ ਹਾਂ, ਮਹਾਰਾਜ ਜੀ ਤੁਹਾਡੇ ਹਾਂ, ਕਿਰਪਾ ਕਰੋ ਮਹਾਰਾਜ। ਗੁਰਸਿੱਖ ਤਾਂ ਏਦਾਂ ਜੋਦੜੀਆਂ ਕਰਦੇ ਆਪਣੇ ਮਾਲਕ ਨੂੰ। ਮਹਾਰਾਜ, ਬੁਰੇ ਭਲੇ ਤੁਹਾਡੇ ਹੀ ਆ, ਚੰਗੇ ਮੰਦੇ ਤੁਹਾਡੇ ਹੀ ਆ ਮਹਾਰਾਜ, ਨਾ ਤਾਂ ਤੁਹਾਡਾ ਹੀ ਵੱਜਦਾ ਨਾ ਸਾਡੇ ਨਾਲ। ਕੁੱਤੇ ਨੂੰ ਕੌਣ ਜਾਣਦਾ? ਕੁੱਤੇ ਦੇ ਸਵਾਮੀ ਦਾ, ਮਾਲਕ ਦਾ ਨਾਂ ਲੈਂਦੇ ਆ ਲੋਕ, ਉਹਦਾ ਕੂਕਰ ਹੈ। ਤੇ ਮਹਾਰਾਜ, ਅਸੀਂ ਆਪ ਜੀ ਦੇ ਦਰ ਦੇ ਸੇਵਕ ਹਾਂ, ਜਿਹੋ ਜਿਹੇ ਵੀ ਆ ਤੁਹਾਡੇ ਆ ਮਹਾਰਾਜ। ਕਹਿੰਦੇ ਜਦੋਂ ਗੁਰਸਿੱਖ ਅਰਦਾਸ ਕਰਦੇ ਨੇ ਦੋਵੇਂ ਹੱਥ ਜੋੜ ਕੇ, ਤੇ ਆਪਣੇ ਪ੍ਰਭੂ ਦੇ ਮਨ ਨੂੰ ਭਾ ਜਾਂਦੇ ਹਨ। ਪ੍ਰਭ ਮਨ ਭਾਵੈ ਤਾ ਹੁਕਮ ਸਮਾਵੈ, ਹੁਕਮ ਮਨ ਸੁਖ ਪਾਇਆ। ਕਹਿੰਦੇ ਜਦੋਂ ਪ੍ਰਭੂ ਦੇ ਮਨ ਨੂੰ ਇਹ ਭਾਉਂਦਾ ਹੈ, ਤੇ ਫਿਰ ਹੁਕਮ 'ਚ ਸਮਾ ਜਾਂਦਾ ਹੈ। ਹੁਕਮ ਨੂੰ ਮੰਨ ਕੇ ਇਹ ਸੁੱਖ ਨੂੰ ਪ੍ਰਾਪਤ ਕਰਦਾ ਹੈ। ਹੁਕਮ ਮਨ ਸੁਖ ਪਾਇਆ। ਹੁਕਮ ਨੂੰ ਮੰਨ ਕੇ ਇਹ ਵਾਹਿਗੁਰੂ ਪਰਮੇਸ਼ਰ ਦੇ ਸੁਖ ਸਵਰੂਪ ਨੂੰ ਪ੍ਰਾਪਤ ਕਰਦਾ ਹੈ, ਨਿਰੰਕਾਰ ਦੇ ਸਵਰੂਪ ਨੂੰ ਪ੍ਰਾਪਤ ਕਰਦਾ ਹੈ। ਅਨ ਦਿਨ ਜਪਤ ਰਹਿ ਦਿਨ ਰਾਤੀ, ਸਹਿਜ ਨਾਮ ਧਿਆਇਆ। ਰਾਤ ਦੇ ਨੱਠੇ ਪੈਰ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਇਹ ਜਪਦਾ ਹੈ, ਔਰ ਸਹਿਜੇ ਹੀ ਸੁਤੇ ਸਿੱਧ ਹੀ ਇਹ ਹਰੀ ਅਕਾਲ ਪੁਰਖ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਧਿਆਉਂਦਾ ਹੈ। ਰਾਤ ਦਿਨ ਜਪਦਾ ਹੈ ਵਾਹਿਗੁਰੂ 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 ਵਾਹਿਗੁਰੂ। ਅਨ ਦਿਨ ਜਪਤ ਰਹਿ ਦਿਨ ਰਾਤੀ, ਅਨ ਦਿਨ ਜਪਤ ਰਹਿ ਦਿਨ ਰਾਤੀ। ਅਨ ਦਿਨ ਜਪਤ ਰਹਿ ਦਿਨ ਰਾਤੀ, ਅਨ ਦਿਨ ਜਪਤ ਰਹਿ ਦਿਨ ਰਾਤੀ। ਸਹਜੇ ਨਾਮ ਧਿਆਇਆ, ਸਹਜੇ ਨਾਮ ਧਿਆਇਆ। ਸਹਜੇ ਨਾਮ ਧਿਆਇਆ,
सहजे नाम ਧਿਆਇਆ। ਜੀ ਸਹਜੇ ਨਾਮ ਧਿਆਇਆ, ਸਹਜੇ ਨਾਮ ਧਿਆਇਆ। सहजे नाम ਧਿਆਇਆ, सहजे नाम ਧਿਆਇਆ। ਰੱਬ ਦੇ ਪਿਆਰੇ ਰਾਤ ਦੇ ਨੱਠੇ ਪਹਿਰ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਨੂੰ ਜਪਦੇ ਹਨ ਔਰ ਸਹਿਜੇ ਹੀ ਸੁਤੇ ਸਿੱਧ ਹੀ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਧਿਆਉਂਦੇ ਹਨ। ਨਾਮੋ ਨਾਮ ਮਿਲੀ ਵਡਿਆਈ, ਨਾਨਕ ਨਾਮ ਮਨ ਭਾਵੈ। ਨਾਮ ਜਪ ਕੇ ਹੀ ਨਾਮ ਦੀ ਵਡਿਆਈ ਪ੍ਰਾਪਤ ਹੁੰਦੀ ਹੈ। ਹਰੀ ਨਾਮ ਹੀ ਹੈ ਜਿਹਦੇ ਨਾਲ ਵਡਿਆਈ ਮਿਲੀ ਨਾਮ ਦੀ। ਨਾਮ ਜਪਣ ਦੀ ਵੀ ਤਾਂ ਵਡਿਆਈ ਹੈ ਨਾ। ਤੇ ਸਤਿਗੁਰੂ ਜੀ ਕਹਿੰਦੇ ਇਹੀ ਵਡਿਆਈ ਹੈ ਨਾਮ ਦੀ, ਜੋ ਵਾਹਿਗੁਰੂ ਦੇ ਮਨ ਨੂੰ ਭਾਉਂਦੀ ਹੈ। ਨਾਨਕ ਨਾਮ ਮਨ ਭਾਵੈ। ਕਹਿੰਦੇ ਮੇਰੇ ਮਨ ਨੂੰ ਮੇਰੇ ਮਾਲਕ ਦਾ ਅੰਮ੍ਰਿਤ ਨਾਮ ਭਾਉਂਦਾ ਹੈ, ਚੰਗਾ ਲੱਗਦਾ ਹੈ, ਪਿਆਰਾ ਲੱਗਦਾ ਹੈ। ਕਰ ਕਿਰਪਾ ਲਿਹੋ ਮਿਲਾਏ, ਮਹਿਲ ਹਰ ਪਾਵੇ ਜੀਓ। ਮਹਾਰਾਜ ਕਿਰਪਾ ਕਰੋ, ਸਾਨੂੰ ਵਿਛੜਿਆ ਹੋਇਆਂ ਨੂੰ ਮਿਲਾ ਲਓ, ਸਾਨੂੰ ਤੁਹਾਡੇ ਸਵਰੂਪ ਰੂਪੀ ਮਹਿਲ ਦੀ, ਘਰ ਦੀ ਪ੍ਰਾਪਤੀ ਹੋ ਜਾਏ। ਐਸਾ ਤਰਸ ਤੇ ਐਸੀ ਕਿਰਪਾ ਕਰ ਦਿਓ ਮਹਾਰਾਜ ਕਿ ਤੁਹਾਡਾ ਮਹਿਲ, ਤੁਹਾਡਾ ਸਰੂਪ ਉਹ ਸਾਨੂੰ ਪ੍ਰਾਪਤ ਹੋ ਜਾਏ। ਇਹ ਪਾਵਨ ਸ੍ਰੀ ਮੁਖਵਾਕ ਹੈ। ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਵਨ ਜੋਤੀ ਜੋਤ ਦਿਵਸ ਦਿਹਾੜੇ ਤੇ ਗੁਰਦੇਵ ਦੇ ਚਰਨਾਂ ਵਿੱਚ ਇੱਕ ਵਾਰ ਫੇਰ ਬਾਰੰਬਾਰ ਨਮਸਕਾਰ ਹੈ। ਗੁਰਬਾਣੀ ਅਗਾਧ ਬੋਧ ਹੈ, ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਅਰਦਾਸ ਕਰਨੀ ਕਿ ਸਤਿਗੁਰੂ ਜੀ ਅਗਾਂਹ ਵਾਸਤੇ ਸਤਿਬੁੱਧੀ ਤੇ ਸਮਤ ਪ੍ਰਦਾਨ ਕਰਨ। ਸਾਧ ਸੰਗਤ ਜੀ ਬੇਨਤੀ ਹੈ, ਕੱਲ 2 ਅਕਤੂਬਰ ਨੂੰ ਦਿਨ ਸ਼ਨੀਵਾਰ ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਵਿਖੇ 9ਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਆਮਦ ਦਾ ਦਿਨ, ਆਗਮਨ ਦਾ ਦਿਨ ਮਨਾਇਆ ਜਾ ਰਿਹਾ ਹੈ, ਜਿਸ ਦਿਨ ਸਤਿਗੁਰਾਂ ਨੇ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਆਪਣੇ ਚਰਨ ਪਾ ਕੇ ਧਰਤੀ ਨੂੰ ਭਾਗ ਲਾਏ। ਕੱਲ ਸਵੇਰੇ ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਹਾਜ਼ਰੀ ਹਜੂਰ ਸਾਹਿਬ, ਹਜੂਰੀ ਕੀਰਤਨੀਏ ਦਰਬਾਰ ਸਾਹਿਬ ਦੇ ਹਜੂਰੀ ਕੀਰਤਨੀ ਹਾਜ਼ਰੀਆਂ ਭਰਨਗੇ। ਤਕਰੀਬਨ 9:30 ਵਜੇ ਤੁਰਕੀ ਬਾਣੀ, ਅਕਾਲੀ ਬਾਣੀ ਦੇ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਜਾਣਗੇ। ਰਾਤ ਨੂੰ ਵਿਸ਼ੇਸ਼ ਗੁਰਮਤਿ ਸਮਾਗਮ ਨੇ 7 ਤੋਂ ਲੈ ਕੇ 11 ਵਜੇ ਤੱਕ, ਔਰ ਨਵੇਂ ਬਣੇ ਸੁਖਾਸਣ ਸਥਾਨ ਦੇ ਉੱਤੇ ਸਤਿਗੁਰਾਂ ਦੇ ਪਾਵਨ ਸਰੂਪ ਉਹ ਵੀ ਤਕਰੀਬਨ 6 ਵਜੇ ਨਾਲ ਸੁਭਾਏਮਾਨ ਕੀਤੇ ਜਾਣਗੇ। ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਇਹਨਾਂ ਗੁਰਮਤਿ ਸਮਾਗਮਾਂ ਵਿੱਚ ਪਰਿਵਾਰਾਂ ਸਮੇਤ ਸ਼ਮੂਲੀਅਤ ਕਰਕੇ ਹਾਜ਼ਰੀਆਂ ਭਰ ਕੇ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ 9ਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।